प्यारे विद्यार्थियों, प्यार भरी सत श्री अकाल। बेटे लास्ट टाइम ਆਪਾਂ ਜਿਹੜਾ ਪਾਠ ਨੰਬਰ 13 ਹੈ ਜਿਹੜਾ ਸਾਇੰਸ ਦਾ ਉਹ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਆਪਾਂ ਔਰਸਟੈਡ ਪ੍ਰਿੰਸੀਪਲ ਕੀਤਾ ਸੀਗਾ ਜੀ। ਉਸ ਤੋਂ ਬਾਅਦ ਆਪਾਂ ਕੀਤਾ ਸੀਗਾ ਬਿਜਲਈ ਖੇਤਰ ਰੇਖਾਵਾਂ ਤੇ ਉਹਨਾਂ ਦੇ ਗੁਣਾਂ ਬਾਰੇ ਆਪਾਂ ਡਿਸਕਸ ਕੀਤਾ ਸੀ। ਜਿਹੜਾ ਅੱਜ ਆਪਾਂ ਟੌਪਿਕ ਕਰਨਾ ਬੇਟੇ, ਜਿਵੇਂ ਕਿ ਤੁਹਾਨੂੰ ਨਜ਼ਰ ਆ ਹੀ ਰਿਹਾ, ਅੱਜ ਆਪਾਂ ਕਰਨਾ ਹੈ ਬਿਜਲੀ ਧਾਰਾ ਵਾਲੇ ਚਾਲਕ ਦੇ ਕਾਰਨ ਚੁੰਬਕੀ ਖੇਤਰ, ਮੈਗਨੈਟਿਕ ਫੀਲਡ ਡਿਊ ਟੂ ਕਰੰਟ ਕੈਰਿੰਗ ਕੰਡਕਟਰ। ਇੱਕ ਕੰਡਕਟਰ ਹੈ, ਕੰਡਕਟਰ ਦਾ ਮਤਲਬ ਆਪਣੇ ਕੋਲ ਜਿਵੇਂ ਤਾਂਬਾ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਚਾਲਕ, ਉਹਦੇ ਵਿੱਚੋਂ ਦੀ ਕੀ ਲੰਘ ਰਿਹਾ ਹੈ, ਆਪਣੇ ਕੋਲ ਕਰੰਟ ਲੰਘ ਰਿਹਾ, ਬਿਜਲੀ ਧਾਰਾ ਲੰਘ ਰਹੀ ਹੈ। ਤੇ ਆਪਾਂ ਨੂੰ ਪਤਾ ਹੈ ਔਰਸਟੈਡ ਜੀ ਨੇ ਵੀ ਆਪਾਂ ਨੂੰ ਦੱਸਿਆ ਸੀਗਾ ਵੀ ਜਦੋਂ ਇੱਕ ਤਾਂਬੇ ਦੀ ਤਾਰ ਵਿੱਚੋਂ ਜਾਂ ਕੁੰਡਲਨੁਮਾ ਤਾਰ ਵਿੱਚੋਂ ਜਾਂ ਤਾਰ ਵਿੱਚੋਂ ਆਪਣੇ ਕੋਲ ਕਰੰਟ ਲੰਘਦਾ ਤਾਂ ਆਪਣੇ ਆਸੇ ਪਾਸੇ ਕੀ ਪੈਦਾ ਕਰ ਦਿੰਦਾ, ਉਹ ਚੁੰਬਕੀ ਖੇਤਰ ਹੈ ਜਿਹੜਾ ਉਹ ਪੈਦਾ ਕਰ ਦਿੰਦਾ। ਕਿਉਂ ਚੁੰਬਕੀ ਖੇਤਰ ਪੈਦਾ ਕਰ ਦਿੰਦਾ? ਜਾਂ ਉਹਦੇ ਥੱਲੇ ਆਪਾਂ ਕੀ ਕੀਤਾ ਸੀਗਾ, ਆਪਾਂ ਇੱਕ ਰੱਖੀ ਸੀ ਚੁੰਬਕੀ ਸੂਈ। ਉਹ ਚੁੰਬਕੀ ਸੂਈ ਆਪਣੇ ਕੋਲ ਕਿਸ ਤਰ੍ਹਾਂ ਨਾਲ ਹੁੰਦੀ ਸੀ, ਉਹ ਵਿਸਥਾਪਿਤ ਹੋ ਜਾਂਦੀ ਸੀ। ਠੀਕ ਹੈ ਜੀ, ਡਾਇਗਰਾਮ ਦੇਖੀਏ, ਆਹ ਡਾਇਗਰਾਮ ਸੀਗਾ ਬੇਟੇ ਆਪਣੇ ਕੋਲ, ਠੀਕ ਹੈ ਜੀ, ਔਰਸਟੈਡ ਪ੍ਰਿੰਸੀਪਲ ਜਿਹੜਾ ਆਪਾਂ ਕੀਤਾ ਸੀਗਾ। ਆਹ ਦੇਖੋ, ਆਉਣ ਦੀ ਸਰਕਟ ਅਰੇਂਜਮੈਂਟ ਸੀ ਇਸ ਤਰ੍ਹਾਂ ਨਾਲ। ਜਿਹੜੀ ਇੱਕ ਤਾਰ ਹੈ, ਤਾਰ ਦੇ ਵਿੱਚੋਂ ਆਪਣੇ ਕੋਲ ਕੀ ਹੈ, ਕਰੰਟ ਲੰਘ ਰਿਹਾ। ਅੰਦਰ ਧਨ ਟਰਮੀਨਲ ਸੀਗਾ, ऋण ਟਰਮੀਨਲ, ਕਰੰਟ ਕਿੱਧਰੋਂ ਜਾਂਦਾ, ਪੋਜ਼ਿਟਿਵ ਟੂ ਨੈਗੇਟਿਵ। ਠੀਕ ਹੈ ਜੀ, ਆਪਾਂ ਪਾਰੰਪਰਿਕ ਕਰੰਟ ਲੈਂਦੇ ਹਾਂ ਜਿਹੜਾ ਪੋਜ਼ਿਟਿਵ ਚਾਰਜ ਕਰਕੇ ਹੁੰਦਾ। ਠੀਕ ਹੈ, ਹੁਣ ਦੇਖੋ ਜਿਹੜੀ ਕੰਪਾਸ ਹੈ, ਇਹ ਚੁੰਬਕੀ ਨੀਡਲ ਹੈ, ਦੇਖੋ ਇਹਦੇ ਥੱਲੇ ਰੱਖੀ ਗਈ 90 ਡਿਗਰੀ ਤੇ। ਤਾਂ ਆਪਣੀ ਦਿਸ਼ਾ ਤੋਂ ਕੀ ਹੁੰਦੀ ਸੀ, ਇਹ ਵਿਸਥਾਪਿਤ ਹੁੰਦੀ ਸੀ। ਤੇ ਇਹਦੇ ਵਾਸਤੇ ਆਪਾਂ ਕਿਹਾ ਸੀ ਵੀ ਕਿਉਂ ਵਿਸਥਾਪਿਤ ਹੁੰਦੀ ਹੈ, ਕਿਉਂਕਿ ਇਹ ਚੁੰਬਕੀ ਹੈ। ਤੇ ਇੱਥੇ ਵੀ ਕੀ ਹੋਣਾ ਚਾਹੀਦਾ, ਇੱਕ ਚੁੰਬਕੀ ਖੇਤਰ, ਕਿਉਂਕਿ ਇੱਕ ਚੁੰਬਕੀ ਖੇਤਰ ਹੀ ਚੁੰਬਕੀ ਖੇਤਰ ਦੀ ਪੈਦਾ ਕਰਨ ਵਾਲੀ ਸੂਈ ਨੂੰ ਕੀ ਕਰ ਸਕਦਾ, ਵਿਸਥਾਪਿਤ ਕਰ ਸਕਦਾ। ਇਹ ਇੱਕ ਦੂਸਰੇ ਤੇ ਬਲ ਲਗਾਉਂਦੇ ਸੀਗੇ। ਐਫ ਉਹਦੀ ਮੈਂ ਤੁਹਾਨੂੰ ਵੈਲਿਊ ਦੱਸੀ ਸੀ, ਕਿਊ VB ਸਾਈਨ ਥੀਟਾ, ਯਾਦ ਨਹੀਂ ਆਪਾਂ ਰੱਖਣੀ। ਪਰ ਜਿਹੜੀ ਇੱਥੇ ਚੀਜ਼ ਨੋਟ ਕਰਨ ਵਾਲੀ ਹੈ ਵੀ ਜਿਹੜਾ ਵਿਸਥਾਪਨ ਹੋਇਆ ਉਹ ਐਸ ਫੋਰਸ ਕਰਕੇ ਹੋਇਆ। ਤੇ ਜਿਹੜਾ ਅਸੀਂ ਟ੍ਰਿਗਨੋਮੈਟਰੀ ਦੇ ਵਿੱਚ ਇਹ ਗੱਲ ਪੜ੍ਹੀ ਹੈ ਬੇਟੇ ਵੀ ਸਾਈਨ 0 ਦੀ ਵੈਲਿਊ ਹੈ ਨਾ ਜਿਹੜੀ, ਉਹ 0 ਹੁੰਦੀ ਹੈ। ਤੇ ਸਾਈਨ 90 ਦੀ ਵੈਲਿਊ ਆਪਣੇ ਕੋਲ ਕੀ ਹੁੰਦੀ ਹੈ, 1 ਹੁੰਦੀ ਹੈ। ਇਹਦਾ ਮਤਲਬ ਜਦੋਂ ਇੱਥੇ ਐਂਗਲ 90 ਡਿਗਰੀ ਹੋਊਗਾ ਨਾ, ਤਾਂ ਵਿਸਥਾਪਨ ਕੀ ਹੋਊਗਾ, ਵੱਧ ਤੋਂ ਵੱਧ। ਪਰ ਜਦੋਂ ਐਂਗਲ 0 ਡਿਗਰੀ ਹੋਊਗਾ ਤਾਂ ਵਿਸਥਾਪਨ ਹੋਊਗਾ ਹੀ ਨਹੀਂ, ਕਿਉਂਕਿ ਬਲ ਕਿੰਨਾ ਲੱਗੂਗਾ ਉਹਦੇ ਤੇ, 0। ਇਸ ਲਈ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਵੀ ਇਹ ਚੁੰਬਕੀ ਸੂਈ ਹੈ ਨਾ ਜਿਹੜੀ, ਇਹ ਇਸ ਤਾਰ ਦੇ ਉੱਪਰ ਜਾਂ ਨੀਚੇ ਹੀ ਰੱਖੀ ਜਾਵੇ ਜਿੱਥੇ ਇਹ 90 ਡਿਗਰੀ ਦਾ ਕੋਣ ਬਣਾਵੇ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਆਪਾਂ ਸਮਝਾ ਸਕਦੇ ਹਾਂ, ਪਰ 10ਵੀਂ ਦੇ ਲੈਵਲ ਤੇ ਤੁਹਾਨੂੰ ਇਹ ਗੱਲ ਸਮਝ ਨਹੀਂ ਲੱਗਣੀ ਵੀ ਅਲੱਗ-ਅਲੱਗ ਪਲੇਨਸ ਬਣਾ ਕੇ ਆਪਾਂ ਇਸ ਤਰ੍ਹਾਂ ਨਾਲ, ਠੀਕ ਹੈ ਜੀ, ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ ਉਹ ਆਪਾਂ ਦੱਸ ਸਕਦੇ ਹਾਂ। ਪਰ ਤੁਸੀਂ ਸਿਰਫ ਇਹ ਗੱਲ ਯਾਦ ਰੱਖੋ ਵੀ ਉੱਪਰ ਜਾਂ ਥੱਲੇ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇਹੀ ਆਪਾਂ ਜਿਹੜਾ ਨੋਟ ਦੇ ਵਿੱਚ ਜਿਹੜੀ ਉਹ ਗੱਲ ਲਿਖੀ ਹੋਈ ਹੈ, ਧਿਆਨ ਨਾਲ ਦੇਖੋ। ਨੋਟ ਦੇ ਵਿੱਚ ਆਪਾਂ ਕੀ ਲਿਖਿਆ, ਤਾਂਬੇ ਦੀ ਲੰਬੀ ਤਾਰ ਦਿਸ਼ਾ ਸੂਚਕ ਦੇ ਉੱਪਰ ਅਤੇ ਉਸ ਦੀ ਸੂਈ ਕਿਸ ਤਰ੍ਹਾਂ ਹੋਣੀ ਚਾਹੀਦੀ, ਸਮਾਨ ਅੰਤਰ ਰੱਖਿਆ ਗਿਆ ਹੋਣਾ ਚਾਹੀਦਾ। ਕਹਿਣ ਦਾ ਮਤਲਬ ਜਿਵੇਂ ਆਪਾਂ ਸ਼ੋਅ ਕੀਤਾ ਵੀ ਤਾਂਬੇ ਦੀ ਉੱਪਰ ਹੋਣੀ ਚਾਹੀਦੀ ਹੈ ਤੇ ਥੱਲੇ ਆਪਣੇ ਕੋਲ ਕੀ ਹੋਣੀ ਚਾਹੀਦੀ, ਦਿਸ਼ਾ ਸੂਚਕ, ਜਿਹਨੂੰ ਆਪਾਂ ਕੰਪਸ ਕਹਿੰਦੇ, ਉਹ ਇਸ ਤਰ੍ਹਾਂ ਨਾਲ ਥੱਲੇ ਜਿਵੇਂ ਆਪਾਂ ਡਾਇਗਰਾਮ ਦੇ ਵਿੱਚ ਦਿਖਾਇਆ ਸੀ। ਕਿਉਂਕਿ ਉੱਥੇ ਆਪਣੇ ਕੋਲ ਕੋਣ ਕਿੰਨਾ ਬਣੂਗਾ, 90 ਡਿਗਰੀ ਦਾ ਬਣੂਗਾ। ਤੇ ਵਿਸਥਾਪਨ ਆਪਣੇ ਕੋਲ ਕੀ ਹੈ, ਹਿਲਜੁਲ ਕੀ ਹੋਊਗੀ, ਮੈਕਸੀਮਮ ਹੋਊਗੀ, ਵੱਧ ਤੋਂ ਵੱਧ ਹੋਊਗੀ। ਉਸੇ ਪਲੇਨ ਦੇ ਵਿੱਚ ਉਹਦੇ ਬਰਾਬਰ ਰੱਖੋਗੇ ਫਿਰ ਨਹੀਂ ਹੋਊਗੀ। ਠੀਕ ਹੈ ਜੀ, ਇਸ ਗੱਲ ਦਾ ਨੋਟ ਕਰ ਲੈਣਾ ਆਪਾਂ। ਲਓ, ਅੱਜ ਦਾ ਜਿਹੜਾ ਆਪਣਾ ਆਰਟੀਕਲ ਉਹ ਆਪਣੇ ਕੋਲ ਕੀ ਕਹਿੰਦਾ ਹੈ ਵੀ ਕਰੰਟ ਕੈਰਿੰਗ ਕੰਡਕਟਰ ਦੇ ਵਿੱਚ ਆਪਣੇ ਕੋਲ ਕੀ ਹੈ, ਬਿਜਲੀ ਧਾਰਾ ਪੈਦਾ ਹੁੰਦੀ ਹੈ ਇੱਕ ਚਾਲਕ ਦੇ ਵਿੱਚ, ਤਾਂ ਉਹ ਆਪਣੇ ਆਸੇ ਪਾਸੇ ਕੀ ਪੈਦਾ ਕਰਦੀ ਹੈ, ਚੁੰਬਕੀ ਖੇਤਰ। ਹੁਣ ਇਹਦੇ ਵਿੱਚ ਅਸੀਂ ਇਹ ਦੇਖਣਾ ਵੀ ਉਹਦੀ ਦਿਸ਼ਾ ਕੀ ਹੋਊਗੀ। ਜਿਹੜਾ ਮੇਨ ਪੁਆਇੰਟ ਹੈ, ਕਿਸੇ ਧਾਤ ਦੇ ਚਾਲਕ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਦਾ ਮਤਲਬ ਲੰਘਾਉਣ ਉੱਪਰ ਉਸਦੇ ਚਾਰੇ ਪਾਸੇ ਕੀ ਪੈਦਾ ਹੋ ਜਾਂਦਾ, ਚੁੰਬਕੀ ਖੇਤਰ ਪੈਦਾ ਹੋ ਜਾਂਦਾ।
ਉਸ ਚੁੰਬਕੀ ਖੇਤਰ ਪੈਦਾ ਹੋਣ ਕਰਕੇ ਆਪਣੇ ਕੋਲ ਚੁੰਬਕੀ ਸੂਈ ਹੈ ਜਿਹੜੀ ਉਹ ਆਪਣੇ ਕੋਲ ਕੀ ਹੁੰਦੀ ਹੈ, ਵਿਸਥਾਪਿਤ। ਠੀਕ ਹੈ ਜੀ। ਪਰ ਉਹ ਕਿਹੜੀ ਦਿਸ਼ਾ ਦੇ ਵਿੱਚ ਵਿਸਥਾਪਿਤ ਹੋਵੇਗੀ, ਇਹ ਹੈ ਜਿਹੜਾ ਉਹ ਅੱਜ ਦਾ ਆਪਣਾ ਆਰਟੀਕਲ ਹੈ ਜਿਹੜਾ ਅਸੀਂ ਹੱਲ ਕਰਨਾ ਹੈ ਇਹਦੇ ਵਿੱਚ। ਠੀਕ ਹੈ ਜੀ। ਇਸ ਨੂੰ ਦੇਖੋ ਆਪਾਂ ਡਾਇਗਰਾਮ ਬਣਾਇਆ, ਇੱਥੇ ਆਪਾਂ ਇੱਕ ਲਾਈਏ ਬੈਟਰੀ, ਇਹ ਧਨ ਟਰਮੀਨਲ ਹੈ, ਰਿਣ ਟਰਮੀਨਲ ਹੈ। ਕਰੰਟ ਕਿੱਧਰੋਂ ਜਾ ਰਿਹਾ, ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ। ਇੱਥੇ ਅਸੀਂ ਕੀ ਲਗਾਈਏ, ਜਿਹਨੂੰ ਆਪਾਂ ਕਹਿੰਦੇ ਹਾਂ ਕੁੰਜੀ। ਇਹਨੂੰ ਅਸੀਂ ਕੀ ਕਰ ਦਾਂਗੇ, ਬੰਦ ਕਰਾਂਗੇ। ਜਦੋਂ ਬੰਦ ਕੁੰਜੀ ਹੋਊਗੀ ਤਾਂ ਕਰੰਟ ਲੰਘੂਗਾ, ਜੇ ਓਪਨ ਕੁੰਜੀ ਹੋਊਗੀ, ਜੇ ਖੁੱਲੀ ਕੁੰਜੀ ਹੋਊਗੀ ਫਿਰ ਕਰੰਟ ਨਹੀਂ ਲੰਘੂਗਾ। ਜਦੋਂ ਕਰੰਟ ਲੰਘੂਗਾ ਦੇਖੋ ਬੇਟੇ ਇਹਦੇ ਵਿੱਚ ਦਿਸ਼ਾ ਕੀ ਬਣੂਗੀ, ਇਸ ਤਰ੍ਹਾਂ ਨਾਲ ਉੱਪਰੋਂ ਥੱਲੇ। ਇਹਦੇ ਉੱਪਰ ਆਪਾਂ ਕੀ ਰੱਖੀ ਹੋਈ, ਜਿਵੇਂ ਡਾਇਗਰਾਮ ਦੇ ਵਿੱਚ ਆਪਾਂ ਦਿਖਾਇਆ ਸੀਗਾ, ਆਪਾਂ ਇੱਕ ਰੱਖੀਏ ਚੁੰਬਕੀ ਸੂਈ। ਠੀਕ ਹੈ ਜੀ। ਇਹ ਡਾਇਗਰਾਮ ਤੇ ਇਹਦੇ ਵਿੱਚ ਕੀ ਫਰਕ ਹੈ, ਇੱਧਰ ਕਰੰਟ ਹੈ ਜਿਹੜਾ ਉਹ ਆਪਣੇ ਕੋਲ ਇਸ ਦਿਸ਼ਾ ਦੇ ਵਿੱਚ ਜਾ ਰਿਹਾ, ਇੱਧਰ ਕਰੰਟ ਇਸ ਦਿਸ਼ਾ 'ਚ ਜਾ ਰਿਹਾ। ਕਹਿਣ ਦਾ ਮਤਲਬ ਜੇ ਅਸੀਂ ਇੱਥੇ ਦੇਖੀਏ, ਇੱਧਰ ਕਰੰਟ ਥੱਲੇ ਜਾ ਰਿਹਾ ਤੇ ਇੱਧਰ ਕਰੰਟ ਆਪਣੇ ਕੋਲ ਕਿੱਧਰ ਜਾ ਰਿਹਾ, ਉੱਪਰ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਉਸੇ ਤਰ੍ਹਾਂ ਨਾਲ ਚੁੰਬਕੀ ਸੂਈ ਬਣਾਈ ਗਈ ਹੈ। ਹੁਣ ਆਪਣੇ ਕੋਲੇ ਕੀ ਕਹਿੰਦਾ ਬੇਟੇ, ਇੱਧਰ ਵੇਖੋ, ਇੱਧਰ ਮਾਈਨਸ ਹੈ, ਇੱਧਰ ਪਲੱਸ ਹੈ, ਕਰੰਟ ਇੱਧਰ ਜਾ ਰਿਹਾ। ਆਪਣੇ ਕੋਲ ਕੀ ਹੁੰਦਾ ਦੇਖੋ ਬੇਟੇ, ਜਦੋਂ ਕਰੰਟ ਉੱਪਰ ਨੂੰ ਜਾਂਦਾ ਇਸ ਤਰ੍ਹਾਂ ਨਾਲ, ਸਮਝ ਲੱਗੀ ਕਿ ਨਹੀਂ, ਕਿੱਧਰ ਨੂੰ ਜਾਂਦਾ, ਉੱਪਰ ਨੂੰ ਜਾਂਦਾ, ਤੇ ਉੱਪਰ ਵਾਲੀ ਦਿਸ਼ਾ ਆਪਣੇ ਕੋਲ ਹੋਵੇ ਉੱਤਰ। ਇਸ ਤਰ੍ਹਾਂ ਨਾਲ ਜੇ ਆਪਾਂ ਬਣਾਈਏ, ਠੀਕ ਹੈ ਜੀ, ਉੱਤਰ, ਦੱਖਣ, ਪੱਛਮ ਤੇ ਪੂਰਬ। ਜੇਕਰ ਕਰੰਟ ਕਿੱਧਰ ਨੂੰ ਜਾ ਰਿਹਾ, ਕਰੰਟ ਆਪਣੇ ਕੋਲ ਜਾ ਰਿਹਾ ਦੱਖਣ ਤੋਂ ਉੱਤਰ ਵੱਲ, ਤੇ ਇਸ ਦੇ ਸਮਾਨਾਂਤਰ ਆਪਾਂ ਕੀ ਰੱਖੀ ਹੋਈ ਹੈ, ਉੱਪਰ ਰੱਖੀ ਹੋਈ ਹੈ ਚੁੰਬਕੀ ਸੂਈ। ਤਾਂ ਚੁੰਬਕੀ ਸੂਈ ਦਾ ਜਿਹੜਾ ਉੱਤਰ ਹੋਊਗਾ ਉਹ ਕਿਹੜੀ ਦਿਸ਼ਾ ਵੱਲ ਮੁੜ ਜਾਵੇਗਾ, ਉਹ ਇੱਧਰਲੀ ਦਿਸ਼ਾ ਵੱਲ ਮੁੜ ਜਾਵੇਗਾ, ਵਿਸਥਾਪਿਤ ਹੋ ਜਾਵੇਗਾ। ਤੇ ਇੱਧਰ ਦਿਸ਼ਾ ਆਪਣੇ ਕੋਲ ਕਿਹੜੀ ਹੈ, ਪੱਛਮ। ਇੱਧਰ ਆਪਣੇ ਕੋਲ ਪੂਰਬ ਹੈ, ਇੱਧਰ ਆਪਣੇ ਕੋਲ ਕੀ ਹੈ, ਪੱਛਮ। ਇਹਦਾ ਮਤਲਬ ਜਦੋਂ ਕਰੰਟ ਕਿੱਧਰੋਂ ਕਿੱਧਰ ਨੂੰ ਜਾਂਦਾ ਹੈ, ਦੱਖਣ ਤੋਂ ਉੱਤਰ ਵੱਲ, ਤਾਂ ਚੁੰਬਕੀ ਸੂਈ ਦਾ ਉੱਤਰੀ ਧਰੁਵ ਕਿੱਧਰ ਨੂੰ ਮੁੜ ਜਾਂਦਾ ਹੈ, ਪੱਛਮ ਵੱਲ ਮੁੜ ਜਾਂਦਾ ਹੈ। ਤੇ ਜੇ ਕਰੰਟ ਦੀ ਦਿਸ਼ਾ ਨੂੰ ਅਸੀਂ ਉਲਟ ਕਰ ਦਿਆਂਗੇ, ਦੱਖਣ ਤੋਂ ਉੱਤਰ ਦੀ ਬਜਾਏ ਕੀ ਕਰ ਦਿਆਂਗੇ, ਉੱਤਰ ਤੋਂ ਦੱਖਣ ਕਰ ਦਿਆਂਗੇ। ਜਿਵੇਂ ਇੱਧਰ ਉੱਪਰ ਉੱਤਰ, ਨੀਚੇ ਆਪਣੇ ਕੋਲ ਕੀ ਹੈ, ਦੱਖਣ। ਹੁਣ ਕਿੱਧਰ ਜਾ ਰਿਹਾ ਕਰੰਟ, ਉੱਤਰ ਤੋਂ ਦੱਖਣ, ਤਾਂ ਚੁੰਬਕੀ ਸੂਈ ਦਾ ਉੱਤਰੀ ਧਰੁਵ ਕਿਹੜੇ ਪਾਸੇ ਵਿਸਥਾਪਿਤ ਹੋਵੇਗਾ, ਉਹ ਇੱਧਰਲੇ ਪਾਸੇ। ਇੱਧਰ ਆਪਣੇ ਕੋਲ ਕੀ ਹੈ, ਪੂਰਬ। ਆਪਾਂ ਆਹ ਯਾਦ ਰੱਖਣਾ, ਜਦੋਂ ਕਰੰਟ ਉੱਪਰ ਜਾ ਰਿਹਾ, ਦੂਸਰਾ ਉਸ ਦੇ ਉਲਟ ਹੈ। ਇਸ ਨੂੰ ਯਾਦ ਕਰਨ ਦਾ ਬੇਟੇ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ, ਹੁਣੇ ਆਪਾਂ ਕਰਦੇ ਹਾਂ। ਇੱਕ ਨਿਯਮ ਲੱਗਦਾ ਬੇਟੇ ਇਹਦੇ ਤੇ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਜਿਵੇਂ ਆਪਣੇ ਕੋਲ ਆਪਾਂ ਡਾਇਗਰਾਮ ਬਣਾ ਰਹੇ ਹਾਂ, ਇਸ ਨਿਯਮ ਨੂੰ ਆਪਾਂ ਕਹਿੰਦੇ ਹਾਂ ਐਂਪੀਅਰਜ਼ ਸਵਿਮਿੰਗ ਰੂਲ। ਦੋ ਨਿਯਮਾਂ ਨਾਲ ਆਪਾਂ ਇਹਨੂੰ ਅਲੱਗ-ਅਲੱਗ ਤੌਰ ਤੇ ਜਿਹੜਾ ਉਹ ਐਕਸਪਲੇਨ ਕੀਤਾ ਜਾ ਸਕਦਾ। ਐਂਪੀਅਰਜ਼ ਸਵਿਮਿੰਗ ਰੂਲ ਦੇਖੋ ਕੀ ਕਹਿੰਦਾ ਆਪਣੇ ਕੋਲ, ਕਹਿੰਦੇ ਜੇਕਰ ਇੱਕ ਤੈਰਾਕ ਹੈ ਜਿਹੜਾ ਉਹ ਆਪਣੇ ਕੋਲ ਕਿੱਧਰ ਜਾ ਰਿਹਾ, ਕਰੰਟ ਦੀ ਦਿਸ਼ਾ ਦੇ ਵਿੱਚ। ਜਿਵੇਂ ਮੰਨ ਲਓ ਆਪਣੇ ਕੋਲ ਆਪਾਂ ਮੰਨਿਆ ਸੀਗਾ ਬੇਟੇ ਵੀ ਜਦੋਂ ਕਰੰਟ ਆਪਣੇ ਕੋਲ ਕਿੱਧਰ ਜਾ ਰਿਹਾ ਸੀ, ਉੱਪਰ ਜਾ ਰਿਹਾ ਸੀ। ਇਸ ਤਰ੍ਹਾਂ ਨਾਲ ਜੇ ਅਸੀਂ ਬਣਾਈਏ, ਕਰੰਟ ਆਪਣੇ ਕੋਲ ਕਿੱਧਰ ਜਾ ਰਿਹਾ ਪੁੱਤਰ, ਉੱਪਰ ਜਾ ਰਿਹਾ ਸੀ। ਆਪਾਂ ਇੱਧਰ ਕੀ ਰੱਖਿਆ ਸੀ ਕਿ ਦੱਖਣ, ਇੱਧਰ ਆਪਾਂ ਕੀ ਲਿਖਿਆ ਸੀ, ਉੱਤਰ। ਤਾਂ ਕਰੰਟ ਹੈ ਜਿਹੜਾ ਉਹ ਕਿਹੜੇ ਪਾਸੇ ਚਲਾ ਗਿਆ ਸੀ ਬੇਟੇ, ਉੱਪਰ ਨੂੰ, ਦੱਖਣ ਤੋਂ। ਚੁੰਬਕੀ ਸੂਈ ਦਾ ਉੱਤਰੀ ਧਰੁਵ ਕਿਹੜੇ ਪਾਸੇ ਵਿਸਥਾਪਿਤ ਹੋ ਗਿਆ ਸੀ, ਆਪਣਾ ਵਿਖੇਪਿਤ ਹੋ ਗਿਆ ਸੀ, ਇੱਧਰਲੇ ਪਾਸੇ ਆਪਣੇ ਕੋਲ ਕੀ ਸੀਗਾ, ਪੱਛਮ। ਸਮਝ ਲੱਗੀ ਕਿ ਨਹੀਂ ਲੱਗੀ? ਹੁਣ ਸਨੋ ਰੂਲ ਕੀ ਕਹਿੰਦਾ ਹੈ ਵੀ ਜੇਕਰ ਤੈਰਾਕੀ ਦਾ ਨਿਯਮ ਕੀ ਕਹਿੰਦਾ ਹੈ, ਐਂਪੀਅਰ ਸਵਿਮਿੰਗ ਰੂਲ, ਵੀ ਜੇ ਕੋਈ ਪਰਸਨ ਆਪਣੇ ਕੋਲ ਕੀ ਕਰ ਰਿਹਾ, ਸਵਿਮ ਕਰਦਾ ਹੋਇਆ ਜਾ ਰਿਹਾ,
इस दिशा में जा रहा कि करंट है जिहड़ा उसके पैरों के विचों दी की कर रहा, एंटर कर रहा तो सिर दे विचों दी बाहर आ रहा। तो चुंबकी सूई है जिहड़ी वो इस तैराक दे खब्बे हत्थ, इधर अपने कोल की होऊगा लैफ्ट, इधर अपने कोल की होऊगा राइट। जिवें आ अपने कोल जा रहा, मान लो करंट इस दिशा दे विच जा रहा है, इस तरह नाल देखो करंट उसके पैरों के विचों एंटर कर रहा तो सिर दे विचों बाहर जा रहा आई। ठीक है जी, आ उनका खब्बा पासा है, आ उनका की सज्जा हत्थ है। तो चुंबकी सूई किस पासे विस्थापित होगी? उसके खब्बे हत्थ वाल। किहड़े हत्थ वाल? खब्बे हत्थ वाल। आ देखो दिखाया गया, पहला इधर सी दिशा, हुण इधर हो। समझ लगी कि नहीं लगी? जदों एक तैराक पानी दे विच की कर रहा, स्विम कर रहा, आपां करंट की दिशा दे विच उहनूं स्विम कराइए। किस तरह नाल भी करंट उसके पैरों के विचों एंटर करे तो सिर दे विचों बाहर आवे। कहण दा मतलब जिस दिशा वाल भी तुसीं डायरैक्शन पता करनी है, जे मान लो आपां दिशा पता करनी है तो जे आपां कहीए भी इस तरह नाल वो आ रहा, आ उहदियां लत्तां, आ उहदे हत्थ, करंट नीचे जा रहा। ठीक है जी, तो इत्थे अपने कोल की होऊगा बेटे, उनका आ उनका खब्बा हत्थ होएगा तो आ अपना की होगा सज्जा, क्योंकि साडे उल्ट हो गया। तो करंट दी दिशा दे जदों जाऊगा तो विस्थापित चुंबकी सूई किहड़ी दिशा दे विच होऊगी? खब्बे हत्थ। पता लग गया कि नहीं लग गया बेटे? ये सी अपने कोले तैराकी का नियम है। यही गल आपां लिखीए। ठीक है जी, सीधे तार की दिशा सूचक के उपर सूई के समानांतर रखा होया है। हुण प्लग कुंजी नूं लगा के सर्कट पूरा करो, जिहड़ा उपर आपां डायग्राम है। जेकर बिजली की धारा दक्षिण तो उत्तर वाल है तो दिशा सूचक का उत्तरी ध्रुव पश्चिम वाल नूं विखेपित हो जाएगा। चित्र 2 दे विच उल्ट सी। ठीक है जी, आपां उपर जिहड़ा कीता सी स्विमिंग रूल अपने कोले की कहंदा है, जिहड़ी मैं तुहानूं गल समझाती, इसे चीज़ नूं जे आपां थोड़ा जिहा दोबारा देखीए, आ देखो डायग्राम दे नाल ये भी यही गल कहंदा भी जेकर करंट है जिहड़ा इस दे की है पैरों दे विचों दी एंटर कर रहा, कहना मतलब करंट की दिशा दे विच की कर रहा है, तैराक स्विम कर रहा, तो चुंबकी सूई किस पासे नूं विस्थापित होगी? इस दे खब्बे हत्थ वाल। आ देखो इस तरह नाल चुंबकी सूई दा उत्तरी ध्रुव, चुंबकी सूई दा उत्तरी ध्रुव है जिहड़ा वो खब्बे हत्थ वाल। खब्बे हत्थ वाल की जे आपां इस तरह नाल बनाईए, इस नूं देखो आ दक्षिण हो गया, आ उत्तर हो गया। ठीक है जी, इधरली साइड ते अपने कोल की हो जाऊगा पश्चिम, इधर पूर्व। समझ लगी कि नहीं लगी बेटे? ये है अपने को स्विमिंग रूल। इनू आपां होर सौखे तरीके नाल एक होर नियम हैगा अपने कोले, जिन्हों आपां कहने हैं स्नो रूल। जिन्हों आपां की कहने बेटा? स्नो रूल। स्नो रूल अपने कोल की है, ये अपने कोल की कहंदा, जिवें इत्थों बनाया गया अपने कोल स्नो रूल की कहंदा। स्नो रूल देखो, स्नो लिखो SNOW, कहना मतलब जेकर करंट किधरों जा रहा साउथ टू नॉर्थ तो डिफ्लैक्शन है जिहड़ा किस साइड ते होगी? वैस्ट। इंग्लिश दे विच बनाया है उस तरह जिवें असीं बनाया सी, जेकर करंट जा रहा है दक्षिण तो उत्तर वाल तो डिफ्लैक्शन किस साइड ते होगी? वैस्ट। इस बनाया आपां स्नो रूल। साउथ टू नॉर्थ जेकर करंट जा रहा है तो चुंबकी सूई किस दिशा में विस्थापित होगी? वैस्ट। वैस्ट का मतलब की है? पश्चिम। साउथ का मतलब की है? दक्षिण। ठीक है जी, नॉर्थ का मतलब की है? उत्तर। पता लग गया कि नहीं लग गया बेटे? ये है अपने कोले स्नो दा नियम। जेकर करंट किधरों जा रहा है दक्षिण तो उत्तर वाल जा रहा है तो चुंबकी सूई पश्चिम वाल नूं विस्थापित हो जाएगी। ठीक है जी, ठीक है। ये करंट की दिशा दसदे हैं आपां करंट कैरिंग कंडक्टर दे विच, जिहड़ी मैगनैटिक फील्ड अपने को, क्योंकि जिस दिशा च चुंबकी सूई विस्थापित हो रही है उस दिशा दे विच ही अपने कोल की है बेटे? चुंबकी खेतर की जिहड़ी है वो दिशा है जिहड़ा पैदा होया अपने कोल। ठीक है जी, हुण अगला आर्टिकल जिहड़ा अपने कोल की है अपनी किताब दे जिहड़ा दिता है वो अपने कोल की है? सीधे चालक विच बिजली धारा प्रभावित होने कारण चुंबकी खेतर किस तरह का हुंदा? सीधा चालक की है? स्ट्रेट कंडक्टर।
ਸਟੇਟ ਕੰਡਕਟਰ ਦਾ ਮਤਲਬ ਵੀ ਇੱਕ ਤਰ੍ਹਾਂ ਨਾਲ ਇੱਕ ਤਾਰ ਹੈ ਇਸ ਤਰ੍ਹਾਂ ਨਾਲ ਲੰਬੀ, ਉਸਦੇ ਵਿੱਚੋਂ ਦੀ ਕੀ ਲੰਘ ਰਿਹਾ ਬੇਟੇ, ਕਰੰਟ ਲੰਘ ਰਿਹਾ। ਤਾਂ ਆਪਣੇ ਕੋਲ ਕੀ ਪੈਦਾ ਹੋਊਗਾ, ਇਸ ਦੇ ਆਸੇ ਪਾਸੇ ਚੁੰਬਕੀ ਖੇਤਰ ਪੈਦਾ ਹੋ ਜਾਵੇਗਾ। ਉਸ ਚੁੰਬਕੀ ਖੇਤਰ ਦੀ ਜਿਹੜੀ ਦਿਸ਼ਾ ਹੈ ਉਹ ਕਿਸ ਤਰ੍ਹਾਂ ਦੀ ਹੋਵੇਗੀ, ਤਾਂ ਉਹ ਜਿਹੜਾ ਚੁੰਬਕੀ ਖੇਤਰ ਹੈ ਨਾ ਬੇਟੋ, ਇਸ ਤਰ੍ਹਾਂ ਨਾਲ ਕੀ ਹੋਊਗਾ, ਸਮਕੇਂਦਰੀ ਚੱਕਰ। ਸਮਕੇਂਦਰੀ ਦਾ ਮਤਲਬ ਜਿਨ੍ਹਾਂ ਦਾ ਚੱਕਰਾਂ ਦਾ ਕੇਂਦਰ ਇੱਕੋ ਹੀ ਹੋਵੇ। ਜਿਵੇਂ ਇਸ ਚੱਕਰ ਦਾ ਕੇਂਦਰ ਵੀ ਇਹੀ ਹੈ, ਵੱਡਾ ਰੇਡੀਅਸ ਲੈ ਕੇ ਜੇ ਬਣਾਵਾਂਗੇ, ਉਸ ਤੋਂ ਵੱਡਾ ਰੇਡੀਅਸ ਲੈ ਕੇ ਬਣਾਵਾਂਗੇ, ਤਾਂ ਇਹ ਆਪਣੇ ਕੋਲ ਕੀ ਹੈ ਬੇਟੇ, ਹੁੰਦਾ ਚੁੰਬਕੀ ਖੇਤਰ। ਕੀ ਹੈ ਹੁੰਦਾ, ਚੁੰਬਕੀ ਖੇਤਰ। ਕਹਿੰਦਾ ਇੱਕ ਸਿੱਧੇ ਚਾਲਕ ਦਾ ਜਿਸ ਵਿੱਚੋਂ ਦੀ ਕੀ ਲੰਘ ਰਹੀ ਹੈ, ਬਿਜਲੀ। ਆਹ ਹੁੰਦੇ ਚੁੰਬਕੀ ਖੇਤਰ ਦੀ ਜਿਹੜੀ ਦਿਸ਼ਾ ਹੋਊਗੀ। ਇਸ ਤਰ੍ਹਾਂ ਨਾਲ ਚੁੰਬਕੀ ਖੇਤਰ ਇਹਦੇ ਆਲੇ ਦੁਆਲੇ ਘੁੰਮੇਗਾ। ਇੰਗਲਿਸ਼ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਆਪਾਂ ਚੁੰਬਕੀ ਖੇਤਰ ਨੂੰ B ਨਾਲ ਦੱਸਦੇ ਹਾਂ ਬੇਟੇ, ਕਰੰਟ ਨੂੰ ਆਪਾਂ I ਨਾਲ ਦੱਸਦੇ ਹਾਂ। ਠੀਕ ਹੈ ਜੀ। ਇਸ ਚੀਜ਼ ਨੂੰ ਦੱਸਣ ਦੇ ਲਈ ਆਪਣੇ ਕੋਲ ਜਿਵੇਂ ਦੇਖੋ ਆਪਾਂ ਡਾਇਗਰਾਮ ਬਣਾਇਆ ਹੋਇਆ, ਇਹ ਆਪਾਂ ਇੱਕ ਕੀ ਲਿਆ ਹੋਇਆ ਬੇਟੇ, ਇੱਕ ਚਾਲਕ ਲਿਆ ਹੋਇਆ ਜਿਸ ਉੱਤੇ ਸਿੱਧਾ ਚਾਲਕ ਹੈ, ਜਿਸ ਵਿੱਚੋਂ ਦੀ ਕਰੰਟ ਲੰਘ ਰਿਹਾ I। ਤਾਂ ਚੁੰਬਕੀ ਖੇਤਰ ਦੇਖੋ ਕਿਸ ਤਰ੍ਹਾਂ ਨਾਲ ਹੈ। ਆਪਣੇ ਕੋਲ ਚੁੰਬਕੀ ਖੇਤਰ ਕੀ ਹੋਊਗਾ, ਸਮਕੇਂਦਰੀ ਚੱਕਰ ਦੇ ਰੂਪ ਦੇ ਵਿੱਚ ਹੈ। ਇੱਕ ਪੈਟਰਨ ਹੈ ਜਿਹੜਾ ਆਪਣੇ ਕੋਲ ਬਣ ਜਾਵੇਗਾ। ਠੀਕ ਹੈ ਜੀ। ਦੇਖੋ ਬੇਟੇ ਆਸਾਨ ਸ਼ਬਦਾਂ ਦੇ ਵਿੱਚ ਜੇ ਤੁਹਾਨੂੰ ਇਹ ਚੀਜ਼ ਸਮਝਾਉਣੀ ਹੋਵੇ, ਦੇਖੋ ਜਿਹੜਾ ਘਰਾਂ ਦੇ ਵਿੱਚ ਆਪਣੇ ਕੋਲ ਕਲੌਕ ਲੱਗਿਆ ਹੁੰਦਾ, ਜਿੱਥੋਂ ਅਸੀਂ ਕੀ ਮਾਪਦੇ ਹਾਂ, ਕੀ ਦੇਖਦੇ ਹਾਂ, ਟਾਈਮ। ਤਾਂ ਉਹਦਾ ਆਪਾਂ ਇਸ ਤਰ੍ਹਾਂ ਨਾਲ ਬਣਾਈਏ 2 3, ਇਸ ਤਰ੍ਹਾਂ ਨਾਲ ਆਪਣੇ ਕੋਲ ਬਣਿਆ ਹੁੰਦਾ। ਤੇ ਸੂਈ ਕਿੱਧਰੋਂ ਚੱਲਦੀ ਹੈ ਬੇਟੇ, ਇਸ ਤਰ੍ਹਾਂ ਨਾਲ ਚੱਲਦੀ ਹੈ, ਇਸ ਦਿਸ਼ਾ ਦੇ ਵਿੱਚ ਘੁੰਮਦੀ ਹੈ ਸੂਈ। ਤਾਂ ਆਹ ਦਿਸ਼ਾ ਹੈ ਜਿਹੜੀ ਆਪਣੇ ਕੋਲ, ਇਹ ਵਾਲੀ। ਠੀਕ ਹੈ ਜੀ। ਇਸ ਦਿਸ਼ਾ ਨੂੰ ਆਪਾਂ ਕੀ ਕਹਿੰਦੇ ਹਾਂ, ਇਹ ਦਿਸ਼ਾ ਆਪਣੇ ਕੋਲ ਹੈਗੀ ਹੈ ਤੁਹਾਡੇ ਕਲੌਕ ਦੇ ਟਾਈਮ ਦੀ ਦਿਸ਼ਾ ਦੇ ਵਿੱਚ। ਇਹਨੂੰ ਆਪਾਂ ਕਹਿੰਦੇ ਹਾਂ ਕਲੌਕ ਵਾਈਜ਼। ਕੀ ਕਹਿ ਦਿੰਦੇ ਬੇਟੇ, ਕਲੌਕ ਵਾਈਜ਼, ਜਾਂ ਕਹਿੰਦੇ ਕਲੌਕ ਦੀ ਦਿਸ਼ਾ ਵਿੱਚ, ਕਲੌਕ ਦੀ ਦਿਸ਼ਾ ਵਿੱਚ, ਜਾਂ ਹੋਰ ਪਿਓਰ ਪੰਜਾਬੀ ਕਰੀਏ ਤਾਂ ਘੜੀ ਦੀ ਦਿਸ਼ਾ ਦੇ ਵਿੱਚ। ਸਮਝ ਲੱਗ ਗਈ ਕਿ ਨਹੀਂ। ਜਿਹੜੀ ਦਿਸ਼ਾ ਆਹ ਵਾਲੀ ਹੋਊਗੀ ਬੇਟੇ, ਉਲਟ। ਦੇਖੋ ਮੈਂ ਕੀ ਸ਼ਬਦ ਵਰਤਿਆ, ਉਲਟ। ਤਾਂ ਇਹ ਆਪਣੇ ਕੋਲ ਕੀ ਹੈ, ਘੜੀ ਦੀ ਦਿਸ਼ਾ ਦੇ ਉਲਟ। ਘੜੀ ਦੀ ਦਿਸ਼ਾ ਦੇ ਉਲਟ। ਇਹਨੂੰ ਆਪਾਂ ਇੰਗਲਿਸ਼ ਕਹਿ ਦਿੰਦੇ ਹਾਂ ਕਾਊਂਟਰ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼। ਕਾਊਂਟਰ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼। ਹੁਣ ਜਿਹੜੀ ਚੀਜ਼ ਤੁਹਾਨੂੰ ਯਾਦ ਕਰਨ ਲਈ ਦੱਸੀ ਜਾ ਰਹੀ, ਦੇਖੋ ਜਦੋਂ ਵੀ ਕਰੰਟ ਹੈ ਜਿਹੜਾ ਉਹ ਉੱਪਰ ਨੂੰ ਜਾ ਰਿਹਾ ਹੋਵੇ, ਕਹਿੰਦਾ ਮਤਲਬ ਉੱਪਰ ਨੂੰ, ਕਿਤੇ ਵੀ ਕਿਸੇ ਵੀ ਸਿਚੁਏਸ਼ਨ 'ਚ ਜਦੋਂ ਕਰੰਟ ਕੀ ਜਾ ਰਿਹਾ, ਉੱਪਰ ਨੂੰ ਜਾ ਰਿਹਾ, ਤਾਂ ਇਸ ਦੇ ਵਿੱਚ ਜਿਹੜਾ ਸਮਕੇਂਦਰੀ ਬੰਨੇ ਹੈ ਉਹ ਕਿਸ ਤਰ੍ਹਾਂ ਨਾਲ ਬੰਨੇ ਹੈ, ਉਹ ਘੜੀ ਦੀ ਉਲਟ ਦਿਸ਼ਾ 'ਚ ਬੰਨੇ ਹੈ। ਕਿਵੇਂ ਬੰਨੇ, ਘੜੀ ਦੀ ਉਲਟ ਦਿਸ਼ਾ ਵਿੱਚ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ। ਠੀਕ ਹੈ ਜੀ। ਐਂਟੀ ਕਲੌਕਵਾਈਜ਼, ਜਦੋਂ ਐਂਟੀ ਕਲੌਕਵਾਈਜ਼ ਜਾਂ ਘੜੀ ਦੀ ਉਲਟ ਦਿਸ਼ਾ ਦੇ, ਜਦੋਂ ਆਪਾਂ ਨੂੰ ਇਸ ਤਰ੍ਹਾਂ ਨਾਲ ਚਿੱਤਰ ਦੇ ਵਿੱਚ ਵੀ ਦਿਖਾਇਆ ਜਾ ਸਕਦਾ ਵੀ ਜਿਹੜੀ ਚੁੰਬਕੀ ਖੇਤਰ ਹੈ ਉਹ ਆਪਣੇ ਕੋਲ ਕੀ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਹੈ। ਦੱਸੋ ਸਿੱਧੇ ਕੰਡਕਟਰ ਦੀ ਜਿਹੜੀ ਹੈ ਉਸ ਵਿੱਚ ਕਰੰਟ ਦੀ ਦਿਸ਼ਾ ਕੀ ਹੋਵੇਗੀ, ਤਾਂ ਆਪਾਂ ਕਹਾਂਗੇ ਉੱਪਰ ਨੂੰ। ਇਹਦਾ ਮਤਲਬ ਜੇਕਰ ਕਰੰਟ ਕਿੱਧਰ ਨੂੰ ਜਾ ਰਿਹਾ ਹੈ, ਜੇ ਕਰੰਟ ਜਾ ਰਿਹਾ ਆਪਣੇ ਕੋਲ ਨੀਚੇ ਨੂੰ, ਜੇਕਰ ਕਰੰਟ ਆਪਣੇ ਕੋਲ ਕਿਹੜੀ ਦਿਸ਼ਾ ਦੇ ਵਿੱਚ ਜਾ ਰਿਹਾ, ਨੀਚੇ ਜਾ ਰਿਹਾ। ਠੀਕ ਹੈ ਜੀ। ਤਾਂ ਇੱਥੇ ਘੜੀ ਦੀ ਦਿਸ਼ਾ ਦੇ ਰੂਪ 'ਚ ਕਰੰਟ ਜਿਹੜਾ ਸਮਕੇਂਦਰਕ ਜਿਹੜੇ ਆਪਣੇ ਕੋਲ ਪੈਦਾ ਹੋਣਗੇ ਉਹ ਕੀ ਹੋਣਗੇ, ਘੜੀ ਦੀ ਦਿਸ਼ਾ ਦੇ ਵਿੱਚ। ਆਪਾਂ ਆਹ ਕੇਸ ਯਾਦ ਰੱਖਣਾ। ਤਾਂ ਕਰਕੇ ਤੁਸੀਂ ਦੇਖੋ ਆਹ ਵਾਲਾ ਸਿਚੁਏਸ਼ਨ ਹੈ, ਦੇਖੋ ਇਹ ਆਪਣੇ ਕੋਲ ਕੀ ਬਣਿਆ, ਘੜੀ ਦੀ ਉਲਟ ਦਿਸ਼ਾ 'ਚ ਸਮਕੇਂਦਰੀ ਹੈ ਤਾਂ ਕਰੰਟ ਕਿੱਥੇ ਜਾ ਰਿਹਾ, ਉੱਪਰ ਨੂੰ ਜਾ ਰਿਹਾ। ਸਮਝ ਲੱਗੀ ਕਿ ਨਹੀਂ ਲੱਗੀ। ਆਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਘੜੀ ਦੀ ਦਿਸ਼ਾ ਦੇ ਵਿੱਚ ਜਿਹੜਾ ਆਪਣੇ ਕੋਲ ਹੈ ਉਹ ਕਰੰਟ ਥੱਲੇ ਨੂੰ, ਠੀਕ ਹੈ ਜੀ, ਸਮਕੇਂਦਰੀ ਬਣ ਕੇ ਘੜੀ ਦੀ ਦਿਸ਼ਾ ਦੇ ਵਿੱਚ ਚੁੰਬਕੀ ਖੇਤਰ ਦੇ। ਤੇ ਜਦੋਂ ਕਰੰਟ ਜਾ ਰਿਹਾ ਉੱਪਰ ਨੂੰ, ਉਦੋਂ ਆਪਣੇ ਕੀ ਘੜੀ ਦੀ ਉਲਟ ਦਿਸ਼ਾ ਦੇ ਵਿੱਚ, ਘੜੀ ਦੀ ਉਲਟ
दिशा दे विच जिहड़े अपने कोल वो बनणगे। इत्थे तक बेटे दसो पता लग्या कि नहीं लग्या? ठीक है जी, इत्थे क्लीयर हो गया कि नहीं हो गया? इसे चीज़ नूं असीं आ देखो अपनी किताब के हिसाब नाल जे आपां बनाउणे आ, सज्जा हत्थ अंगूठा नियम, राइट हैंड थंब रूल, ਜਾਂ ਇਹਨੂੰ ਮੈਕਸਵੈਲ ਦਾ ਕਾਰਕ ਰੂਲ ਵੀ ਕਹਿ ਦਿੰਦੇ ਆ। ਰਾਈਟ ਹੈਂਡ ਸਕਰਿਊ ਰੂਲ ਜਾਂ ਥੰਬ ਰੂਲ ਵੀ ਕਹਿ ਦਿੰਦੇ ਆ। ਦੇਖੋ ਬੇਟੇ, ਸੱਜਾ ਹੱਥ ਅੰਗੂਠਾ ਰੂਲ ਜਾਂ ਅੰਗੂਠਾ ਨਿਯਮ ਆਪਣੇ ਕੋਲ ਕੀ ਕਹਿੰਦਾ ਹੈ? ਕਹਿੰਦਾ ਜੇਕਰ ਅਸੀਂ ਆਪਣੇ ਸੱਜੇ ਹੱਥ ਦੇ ਵਿੱਚ, ਆਹ ਸਾਫ ਸੁਥਰਾ ਜਿਹਾ ਡਾਇਗਰਾਮ ਹੈ ਦੇਖੋ, ਜੇਕਰ ਅਸੀਂ ਕੀ ਕਰੀਏ ਆਪਣੇ ਸੱਜੇ ਹੱਥ ਦੇ ਵਿੱਚ, ਆਹ ਆਪਣਾ ਸੱਜਾ ਹੱਥ ਹੈ, ਕੀ ਫੜ ਲਈਏ ਬੇਟੇ? ਤਾਰ, जिस विचों दी की लंघ रहा, करंट लंघ रहा, तो अंगूठा किस दिशा वाल जिहड़ा संकेत करेगा? करंट। इसे रखिया ही हथ नूं इस तरह नाल है भी साडा अंगूठा किस दिशा वाल संकेत करे? करंट की दिशा वाल। तो जिहड़ी करलिंग ऑफ फिंगर है, जिहड़ी उंगलां की गुलाई है, वो अपने कोल की दसेगी बेटे? वो तुहाडे कोल दसेगी चुंबकी खेतर की दिशा। चुंबकी खेतर की दिशा देखो, ये किस तरह की रोटेशन अपने को आई है? ये आई है घड़ी की सूई के उल्ट, जिहड़ा मैं तुहानूं याद कराया। जेकर घड़ी की सूई की उल्ट दिशा च जावांगे तो करंट कित्थे होऊगा? उपर ही होऊगा। इसलिए इत्थे की है, जो एक लंबे कंडक्टर दे विचों करंट लंघदा है तो अपने कोल किस तरह का चुंबकी खेतर पैदा हुंदा है? अपने कोल बेटा वो चुंबकी खेतर जिहड़ा अपने कोल पैदा हुंदा है, वो अपने कोल हुंदा है सम केंद्र चक्करां दे रूप विच। ठीक है जी, दो तरह नाल हो सकते हैं, घड़ी की सूई की दिशा दे विच ते घड़ी की सूई की उल्ट दिशा। जिवें इत्थे देखिए अपना अंगूठा जेकर करंट की दिशा च संकेत कर रहा है, अपनी किताब का डायग्राम में, तो उंगलां अपने कोल किस तरह नाल है? अपने कोल देखो, ये घड़ी की सूई की दिशा, आह वाली अपने कोल किहदी दिशा? इत्थे 12 1 2 घड़ी की सूई की दिशा देखो। क्लीयर होया कि नहीं होया बेटे? इस तरह नाल की बन जाणगे? सम केंद्र चक्कर है जिहड़ा, वो किनू दसणगे? चुंबकी खेतर नूं। जो करंट की जा रहा नीचे जा रहा तो वह घड़ी की सूई की दिशा दे विच, जो करंट उपर जा रहा तो घड़ी की सूई की उल्ट दिशा दे विच है जिहड़ा सम केंद्री चक्कर है जिहड़े अपने कोले बन जाणगे। इत्थे तक पता लग गया कि नहीं लग गया बेटे? ठीक है जी, लो अज आपां इन्ना ही करते हैं। अज आप देखिए भी आप दराई करिए भी अज आप की कीता है। तो आपां जेकर देखिए तो अज का जिहड़ा साडा टॉपिक सीगा बेटे, वो सिर्फ ये सीगा भी जिहड़ा तुहाडे कोल विस्थापन हो रहा है उनकी दिशा दसना ऑरस्टेड नियम के अकॉर्डिंगली। आपां कहा सीगा भी एक चुंबकी सूई है, इस तरह नाल दसीए आ चुंबकी सूई का उत्तर हुंदा, आ उहदा दखण है। जदों असीं इस नूं कित्थे रखिया? तार दे उपर, जिस विचों दी करंट लंघ रहा सी, या तार दे नीचे, तो किस दिशा वाल जिहड़ा इसदा उत्तरी है वो विस्थापित होवेगा? उहदे वास्ते असीं दो नियम दिते, एक एम्पीयर्स तैराकी का नियम, वो अपने कोल की कहंदा भी जेकर एक आदमी की कर रहा, तैर रहा है, किस तरीके नाल तैर रहा है भी लत्तां दे विचों दी करंट एंटर कर रहा है तो सिर दे विचों दी बाहर आ रहा है, तो जिहड़ा विस्थापन होऊगा चुंबकी सूई का उस दे खब्बे हत्थ वाल होवेगा। इस नूं असीं एक होर दस्सिआ सी स्नो रूल। जेकर करंट की दिशा की है दखण तो उत्तर वाल है तो किस दिशा वाल चुंबकी सूई का उत्तरी ध्रुव विस्थापित होवेगा? पच्छम वाल। ठीक है जी, दूजा जिहड़ा असीं डायग्राम उहदे च कीता सी असीं भी अपने कोल की है भी एक सीधा चालक लै लिया, उस दे विचों दी की लंघ रहा बेटे? करंट लंघ रहा आई, तो किस तरह का जिहड़ा चुंबकी खेतर वो पैदा करेगा? वो पैदा करेगा सम केंद्रक। सम केंद्रक का मतलब जिन्हां सारिया चक्रां का केंद्र अपने कोल की होवे? समान होवे, पर उहदे विच जिहड़ी चुंबकी खेतर की दिशा है वो किस तरह नाल होएगी? जेकर करंट उपर जा रहा है तो घड़ी की सूई दे उल्ट, घड़ी की सूई दे उल्ट दिशा च। ठीक है जी, तो जेकर करंट नीचे जा रहा है इस तरह नाल आप बनाइए डाउनवर्ड डायरैक्शन दे विच,
ਤਾਂ ਇੱਥੇ ਡਾਇਰੈਕਸ਼ਨ ਆਪਣੇ ਕੋਲ ਕੀ ਹੋ ਜੂਗੀ, ਚੁੰਬਕੀ ਸੂਈ ਮਤਲਬ ਜਿਹੜਾ ਮੈਗਨੈਟਿਕ ਫੀਲਡ ਹੈ ਜਿਹੜਾ ਆਪਣੇ ਕੋਲ ਪੈਦਾ ਹੋਵੇਗਾ, ਚੁੰਬਕੀ ਖੇਤਰ ਜਿਹੜਾ ਪੈਦਾ ਹੋਵੇਗਾ, ਤਾਂ ਉਹ ਸਮਕੇਂਦਰਿਕ ਚੱਕਰ ਤਾਂ ਹੋਣਗੇ ਪਰ ਘੜੀ ਦੀ ਸੂਈ ਦੀ ਦਿਸ਼ਾ 'ਚ, ਘੜੀ ਦੀ ਸੂਈ ਦੀ ਦਿਸ਼ਾ ਵਿੱਚ। ਠੀਕ ਹੈ ਬੇਟੇ, ਉਮੀਦ ਕਰਦਾ ਹਾਂ ਬੇਟੇ ਜਿਹੜਾ ਅੱਜ ਦਾ ਆਰਟੀਕਲ ਹੈ ਉਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਟਾਈਮ ਹੈ ਜਿਹੜੇ ਅਸੀਂ ਜਿਹੜੇ 1-2 ਆਰਟੀਕਲ ਹੈ ਜਿਹੜੇ ਇਸ ਚੈਪਟਰ ਦੇ ਰਹਿ ਗਏ ਆ ਜਿਹੜੇ ਉਹਨੂੰ ਆਪਾਂ ਕੰਪਲੀਟ ਕਰਾਂਗੇ। ਬਹੁਤ ਬਹੁਤ ਧੰਨਵਾਦ। ਥੈਂਕਸ ਐਂਡ ਹੈਵ ਏ ਨਾਈਸ ਡੇ।